ਅਸੀਂ ਦੇਖਣ ਜਾ ਰਹੇ ਹਾਂ ਲੇਜ਼ਰ ਲਾਈਟ ਸ਼ੋ। ਚੱਲਦੇ ਆ। ਇੱਥੇ ਲਾਈਟ ਬੰਦ ਹੋ ਚੁੱਕੀ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਦੇਖੀ ਤਾਂ ਪਾਰਾ ਪਾਰਾ ਦੀ ਫੋਨ ਦੀ ਰੋਸ਼ਨੀ ये सारी कायनात, ये ब्रह्मांड, ये कुदरत, ये जहान एक ही नूर विचों पैदा होया। ईश्वर, अल्लाह, गॉड, वाहिगुरु उस एक ही सिरजनहार, एक ही नूर दे अनेक नाम हैं। उसे नूर दी वरोसाई नूरानी जोत गुरु नानक देव जी नाल शुरू हुंदा है। ओ गुर इतिहास जिसका संखेप निरूपण आप जी दे सन्मुख सचखंड श्री हजूर साहब वालों कीता जा रहा है। जग विच रोशन गुरु दसम पिता गोबिंद दे चरण स्पर्श यह पावले तरत श्री अकाल। कुछ दीन दी गुलावनी यह कौन है शाह असवारनी
पूछो है संग रंग हजारनी। ਸੱਚ, ਪ੍ਰੇਮ, ਦਇਆ, ਇਨਸਾਫ ਅਤੇ ਸਾਂਝੀਵਾਲਤਾ ਦਾ ਪੈਗਾਮ ਦੇਣ ਲਈ ਗੁਰੂ ਨਾਨਕ ਦੇਵ ਜੀ ਆਪਣੇ ਸੰਗੀਤਕਾਰ ਸੰਗੀ ਮੁਸਲਮਾਨ ਰਬਾਬੀ ਮਰਦਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ। ਇਹਨਾਂ ਨੂੰ ਚਾਰ ਉਦਾਸੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਇਹਨਾਂ ਉਦਾਸੀਆਂ ਦੌਰਾਨ ਮੱਕੇ ਵੀ ਗਏ। ਮੱਕੇ ਵਿੱਚ ਸੁੱਤੇ ਪਏ ਨਾਨਕ ਦੇ ਪੈਰ ਕਾਬੇ ਵੱਲ ਵੇਖ ਕੇ ਕਿਸੇ ਨੇ ਕ੍ਰੋਧ ਨਾਲ ਪੁੱਛਿਆ, ਤੁਸੀਂ ਰੱਬ ਦੇ ਘਰ ਵੱਲ ਪੈਰ ਕਿਉਂ ਪਸਾਰੇ? ਹਸ ਗੁਰੂ ਨਾਨਕ ਆਖਿਆ, ਸਦਾ ਮੰਗੋ ਵਾਲਾ ਤੂੰ ਹੈ, ਜਿੱਧਰ ਰੱਬ ਦਾ ਕਰ ਨਹੀਂ ਮੇਰੇ ਉਧਰ ਕਰ ਦੋ ਪੈ। ਜਗਨਨਾਥਪੁਰੀ ਦਾ ਮੰਦਿਰ, ਸੰਧਿਆ ਦੀ ਆਰਤੀ ਦਾ ਸਮਾਂ। ਪਰ ਨਾਨਕ ਮੰਦਿਰ ਦੇ ਬਾਹਰ ਤਾਰਿਆਂ ਭਰੇ ਆਸਮਾਨ ਹੇਠ ਖੜੇ ਰਹੇ। ਪੁਜਾਰੀ ਦੇ ਪੁੱਛਣ ਤੇ ਕਹਿਣ ਲੱਗੇ, ਖਤਮ ਹੋ ਗਈ ਆਰਤੀ? ਪਰ ਮੇਰੇ ਪ੍ਰਭੂ ਦੀ ਆਰਤੀ ਕਦੇ ਖਤਮ ਨਹੀਂ ਹੁੰਦੀ। ਇਹ ਹਰ ਸਮੇਂ ਹਰ ਥਾਂ ਚੱਲਦੀ ਰਹਿੰਦੀ ਹੈ। ਇਹ ਸਾਰਾ ਗਗਨ ਉਸ ਦੀ ਆਰਤੀ ਦਾ ਥਾਲ ਹੈ। ਸੂਰਜ ਤੇ ਚੰਦ ਦੀਵਿਆਂ ਵਾਂਗ ਬਲ ਰਹੇ ਹਨ। ਇਹ ਸਾਰਾ ਬ੍ਰਹਮੰਡ ਪ੍ਰਭੂ ਦਾ ਮੰਦਿਰ ਹੈ। ਵੱਖ-ਵੱਖ ਵੇਸਾਂ, ਧਰਮਾਂ ਅਤੇ ਜਾਤਾਂ ਕਾਰਨ ਵੰਡੀ ਹੋਈ ਮਾਨਵਤਾ ਨੂੰ ਸਾਂਝੀਵਾਲਤਾ ਅਤੇ ਪ੍ਰੇਮ ਦਾ ਚਾਨਣ ਬਣਦੀ ਨੂਰਾਨੀ ਜੋਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਅਤੇ ਇਕੱਤਰ ਕੀਤੀ ਬਾਣੀ ਦੀ ਪੋਥੀ ਭਾਈ ਲਹਿਣਾ ਜੀ ਅੱਗੇ ਧਰ ਕੇ ਉਹਨਾਂ ਨੂੰ ਸੀਸ ਨਿਵਾਇਆ, ਗੁਰਗੱਦੀ ਅਰਪਣ ਕੀਤੀ। ਭਾਈ ਲਹਿਣੇ ਤੋਂ ਗੁਰੂ ਅੰਗਦ ਬਣਾਇਆ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਸਾ ਕੇ ਧਰਮ ਦੇ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕੀਤਾ। ਗੁਰਮੁਖੀ ਅੱਖਰਾਂ ਦੇ ਪਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ। ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ।
ਸਿੱਖ ਸੰਗਤਾਂ ਦੀ ਵੱਧਦੀ ਗਿਣਤੀ ਦਾ ਸਦਕਾ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਨੂੰ ਹੋਰ ਵੀ ਬਲ ਮਿਲਿਆ। ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਇਸਤਰੀ ਦੇ ਰੁਤਬੇ ਨੂੰ ਉੱਚਾ ਉਠਾਉਣ ਲਈ ਵਿਸ਼ੇਸ਼ ਯਤਨ ਕੀਤੇ। ਵਿਧਵਾ ਵਿਆਹ ਦੀ ਪ੍ਰੇਰਣਾ ਦਿੱਤੀ ਤੇ ਸਤੀ ਦੀ ਰਸਮ ਦਾ ਖੰਡਨ ਕੀਤਾ। ਸਤੀਆਂ ਸੇ ਰਾਖੀਆਂ ਜੋ ਮੜੀਆਂ ਲਗ ਜਲਨ, ਸਤੀਆਂ ਸੇ ਨਾਲਗਾ ਜੋ ਬਿਰਹਾ ਚੋਟ ਮਰਮ, ਜੋ ਬਿਰਹਾ ਚੋਟ ਮਰਮ। चौथी पातशाही श्री गुरु रामदास जी ने नवा नगर वसाया, जिसनों ਚੱਕ ਰਾਮਦਾਸ ਕਿਹਾ ਜਾਂਦਾ ਸੀ, ਜਿਸਨੂੰ ਅਸੀਂ श्री ਅੰਮ੍ਰਿਤਸਰ ਦੇ ਨਾਮ ਦੇ ਨਾਲ ਜਾਣਦੇ ਹਾਂ। श्री गुरु रामदास जी ने ਇੱਥੇ ਸਰੋਵਰ ਦੀ ਖੁਦਵਾਈ ਵੀ ਕਰਵਾਈ। ਸ੍ਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ ਸਰੋਵਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ। ਉਸ ਦਾ ਨੀਂਹ ਪੱਥਰ ਮੁਸਲਮਾਨ ਸੂਫੀ ਫਕੀਰ ਸਾਈਂ ਮੀਆਂ ਮੀਰ ਤੋਂ ਰਖਵਾ ਕੇ ਸਾਂਝੀਵਾਲਤਾ, ਇਨਸਾਨੀ ਪ੍ਰੇਮ ਅਤੇ ਸਭ ਧਰਮਾਂ ਪ੍ਰਤੀ ਸਤਿਕਾਰ ਦੇ ਸੰਦੇਸ਼ ਨੂੰ ਸਾਕਾਰ ਰੂਪ ਪ੍ਰਦਾਨ ਕੀਤਾ। ਇਲਾਹੀ ਸੁੰਦਰਤਾ ਦਾ ਮੁਜੱਸਮਾ, ਰੂਹਾਨੀ ਸ਼ਾਂਤੀ ਦਾ ਸੋਮਾ ਤੇ ਹਰ ਪਲ ਰਾਗਮਈ ਬਾਣੀ ਨਾਲ ਤਰੰਗਿਤ ਜਲ ਵਿੱਚ ਸੁਭਾਇਮਾਨ एक अनूठी मौजूदगी है श्री दरबार साहिब। गुरु अर्जन देव जी ने ही श्री गुरु ग्रंथ साहब का संपादन किया। इस पावन ग्रंथ विच अपने समेत 5 गुरु साहिबान की बाणी दे नाल वख-वख धर्मां, जातां ਅਤੇ ਇਲਾਕਿਆਂ ਨਾਲ ਸੰਬੰਧਿਤ ਸੰਤਾਂ, ਭਗਤਾਂ ਤੇ ਸੂਫੀਆਂ ਦੀ ਬਾਣੀ ਵੀ ਸ਼ਾਮਿਲ ਕੀਤੀ। ਇਸ ਪਾਵਨ ਗ੍ਰੰਥ ਦਾ प्रथम प्रकाश 1604 ईस्वी ਨੂੰ श्री दरबार साहब ਵਿੱਚ ਕੀਤਾ ਗਿਆ। ਇੱਕ ਪਾਸੇ ਸਮੁੱਚੀ ਕਾਇਨਾਤ, ਸਾਰੀ ਖਲਕਤ ਤੇ ਸਭ ਧਰਮਾਂ ਨੂੰ ਪਿਆਰ ਦੇਣ ਵਾਲੇ ਇਸ ਪੈਗਾਮ ਦਾ ਚਾਨਣ, ਤੇ ਦੂਜੇ ਪਾਸੇ ਬਾਦਸ਼ਾਹ ਜਹਾਂਗੀਰ ਉਸ ਕੋਲੋਂ ਤੇ ਉਸ ਦੇ ਤਾਸੁਬੀ ਸਲਾਹਕਾਰਾਂ ਕੋਲੋਂ ਇਹ ਨਿਸਦਿਨ ਫੈਲਦਾ ਚਾਨਣ ਜਲਿਆ ਨਾ ਗਿਆ। ਜਹਾਂਗੀਰ ਨੇ ਆਪਣੇ ਮੀਰ ਬਖਸ਼ ਮੁਰਤਜ਼ਾ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਅਰਜਨ ਦੇਵ ਨੂੰ ਜਾਂ ਤਾਂ ਇਸਲਾਮ ਕਬੂਲ ਕਰਵਾ ਲਵੇ ਤੇ ਜਾਂ ਉਹਨਾਂ ਦੀ ਹਸਤੀ ਮਿਟਾ ਦੇਵੇ। ਤਪਦੀ ਤਵੀ, ਤੱਤੀ ਰੇਤ, ਉਬਲਦੀ ਦੇਗ, ਮੁਰਤਜ਼ਾ ਖਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ। ਸਾਈਂ ਮੀਆਂ ਮੀਰ ਤੜਪ ਉੱਠਿਆ, ਪਰ ਗੁਰੂ ਅਰਜਨ ਦੇਵ ਜੀ ਦੇ ਮੁਖ ਤੇ ਇਹੀ ਵਾਕ ਸੀ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਗੇ। ਹਰ ਪਲ ਇਹੀ ਬੋਲ ਉਚਾਰਦੇ ਆ, ਅਸਹਿ ਨੂੰ ਸਹਿੰਦੇ ਆ, ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ। सूरज किरण मिले जल का जल हुआ ज्योति जो
ਸਾਂਝੀਵਾਲਤਾ ਦੇ ਮਹਾਨ ਮਾਰਗ ਨੂੰ ਜੁਗਾਂ ਜੁਗਾਂ ਲਈ ਰੋਸ਼ਨਾਉਣ ਵਾਲੇ ਗੁਰੂ ਅਰਜਨ ਦੇਵ ਜੀ ਨੂੰ ਇਤਿਹਾਸ ਸ਼ਹੀਦਾਂ ਦੇ ਸਰਤਾਜ ਕਹਿ ਕੇ ਯਾਦ ਕਰਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਰੂਹਾਨੀ ਰਹਿਬਰੀ ਦਾ ਚਿੰਨ੍ਹ ਸੀ ਪੀਰੀ ਦੀ ਤਲਵਾਰ, ਰਾਜਸੀ ਇਤਿਹਾਸਿਕ ਸੂਝ ਅਤੇ ਸ਼ਕਤੀ ਦਾ ਪ੍ਰਤੀਕ ਸੀ ਮੇਰੀ ਦੀ ਤਲਵਾਰ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਤਾਂ ਜਲ ਵਾਂਗ ਸ਼ੀਤਲ ਰਹੇ, ਪਰ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਗੁਰੂ ਨੂੰ ਦਿੱਤੇ ਗਏ ਤਸੀਹਿਆਂ ਦਾ ਦੁੱਖ ਅੰਗਾਰਿਆਂ ਵਾਂਗ ਬਲਦਾ ਰਿਹਾ। ਉਸ ਦੇ ਸੇਕ ਵਿੱਚ ਲੋਹਾ ਪਿਘਲਣ ਲੱਗਾ, ਸ਼ਮਸ਼ੀਰਾਂ ਬਣਨ ਲੱਗੀਆਂ। ਗੁਰੂ ਦਰਬਾਰ ਵਿੱਚ ਘੋੜੇ ਅਤੇ ਬੰਦੂਕਾਂ ਦਾ ਚੜਾਵਾ ਚੜਨ ਲੱਗਾ। ਨੱਥਾ ਅਤੇ ਅਬਦੁੱਲਾ ਢਾਡੀ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਉਣ ਲੱਗੇ। ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਨ ਦਾ ਆਦੇਸ਼ ਦਿੱਤਾ। ਘੋੜ ਸਵਾਰਾਂ ਦੀ ਫੌਜ ਖੜੀ ਕੀਤੀ। ਸਿੱਖ ਦੁਨਿਆਵੀ ਬਾਦਸ਼ਾਹਾਂ ਤੋਂ ਬੇਪਰਵਾਹ ਅਤੇ ਨਾਬਰ ਹੋ ਗਏ। ਉਹਨਾਂ ਨੇ ਆਪਣੇ ਗੁਰੂ ਨੂੰ ਦੀਨ ਦੁਨੀ ਦਾ ਪਾਤਸ਼ਾਹ ਆਖਿਆ। ਉਹ ਇੱਥੇ ਕਿਹੜਾ ਅਦਲੀ ਸ਼ਹਿਨਸ਼ਾਹ, ਕੀ ਬਾਬਰ ਕੀ ਜਹਾਂਗੀਰ, ਇੱਥੇ ਵਾੜੀ ਖੇਤ ਨੂੰ ਖਾਮਦੀ, ਇੱਥੇ ਬਿਲਕੇ ਮੀਆਂ ਮੀਰ। ਅੱਜ ਸ਼ਾਹੀ ਜ਼ੁਲਮ ਦੇ ਸਾਹਮਣੇ ਉਹ ਸਾਡੀ ਲਿਸ਼ਕ ਉੱਠੀ ਸ਼ਮਸ਼ੀਰ। ਉਹ ਸਾਡਾ ਦੀਨ ਦੁਨੀ ਦਾ ਪਾਤਸ਼ਾਹ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰ, ਸਾਡਾ ਸਤਿਗੁਰ ਮੀਰ ਤੇ ਪੀਰ। ਪੀਰੀ ਅਤੇ ਮੀਰੀ ਦੇ ਸੰਕਲਪ ਨੂੰ ਸਾਕਾਰ ਰੂਪ ਬਖਸ਼ਣ ਲਈ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਨਮੁਖ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਦੌਰਾਨ ਸ਼ਾਹੀ ਫੌਜਾਂ ਨੇ ਅਨੇਕ ਵਾਰ ਗੁਰੂ ਦਰਬਾਰ ਤੇ ਭਾਰੀ ਫੌਜੀ ਸ਼ਕਤੀ ਨਾਲ ਹਮਲੇ ਕੀਤੇ, ਪਰ ਹਰ ਵਾਰ ਉਹਨਾਂ ਨੂੰ ਹਾਰ ਖਾ ਕੇ ਮੁੜਨਾ ਪਿਆ। कोमल चित कुदरत रसिक, सतवें गुरु हर राय। सहज तुरन पहरन पकड़, कोई कली मते टूट जाए। सतवीं पातशाही श्री गुरु हर राय जी ਕੁਦਰਤ ਦੇ ਪ੍ਰੇਮੀ ਅਤੇ ਵਾਤਾਵਰਣ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ। ਗਰੀਬਾਂ ਲਈ ਵੀ ਉਹਨਾਂ ਦਾ ਮਨ ਪਿਆਰ ਅਤੇ ਹਮਦਰਦੀ ਨਾਲ ਭਰਿਆ ਹੋਇਆ ਸੀ। ਉਹਨਾਂ ਨੇ ਲੰਗਰ ਦੇ ਵੇਲੇ ਨਗਾਰਾ ਵਜਾਉਣ ਦੀ ਪ੍ਰਥਾ ਚਲਾਈ ਤਾਂ ਜੋ ਕੋਈ ਭੁੱਖਾ ਪਿਆਸਾ ਸੁਣਦਾ ਹੋਵੇ ਤਾਂ ਆ ਕੇ ਲੰਗਰ ਛਕ ਲਵੇ। उधर हिंद दे बदल गए तौर तेवर, औरंगजेब तख्त नशीन होया, शाहां ते फकीरां दा जोड़ के हाथ।
ਜਦੋਂ ਔਰੰਗਜ਼ੇਬ ਤਖਤ ਤੇ ਬੈਠਾ ਤਾਂ ਉਸਨੇ ਗੁਰੂ ਹਰਰਾਏ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ। ਗੁਰੂ ਹਰਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਆਪਣਾ ਨੁਮਾਇੰਦਾ ਬਣਾ ਕੇ ਭੇਜਿਆ। ਔਰੰਗਜ਼ੇਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਤੇ ਇਤਰਾਜ਼ ਕੀਤਾ ਤਾਂ ਰਾਮ ਰਾਏ ਨੇ ਤੁਕ ਦਾ ਇੱਕ ਸ਼ਬਦ ਬਦਲ ਦਿੱਤਾ। ਆਪਣੇ ਪੁੱਤਰ ਦੀ ਇਸ ਇਖਲਾਕੀ ਕਾਇਰਤਾ ਕਾਰਨ ਗੁਰੂ ਹਰਰਾਏ ਜੀ ਨੇ ਉਸ ਨੂੰ ਬੇਦਖਲ ਕਰ ਦਿੱਤਾ ਤੇ ਗੁਰਗੱਦੀ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਅਰਪਿਤ ਕੀਤੀ। ਦਇਆ ਅਤੇ ਮਾਨਵ ਸੇਵਾ ਦੇ ਸਰੂਪ ਹਰਕ੍ਰਿਸ਼ਨ ਜੀ ਉਦੋਂ ਦਿੱਲੀ ਸਨ ਜਦੋਂ ਸ਼ਹਿਰ ਵਿੱਚ ਚੇਚਕ ਦੀ ਮਹਾਮਾਰੀ ਫੈਲ ਗਈ। ਸਿੱਖ ਸੰਗਤ ਸਮੇਤ ਦਿਨ ਰਾਤ ਰੋਗੀਆਂ ਦੀ ਸੇਵਾ ਕਰਦੇ ਗੁਰੂ ਹਰਕ੍ਰਿਸ਼ਨ ਜੀ ਆਪ ਬਿਮਾਰ ਹੋ ਗਏ ਤੇ ਕੁਝ ਦਿਨਾਂ ਬਾਅਦ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਨ ਵੇਲੇ ਉਹਨਾਂ ਦੇ ਮੁਖਾਰ ਬਿੰਦ ਤੇ ਇਹ ਦੋ ਸ਼ਬਦ ਸਨ, ਬਾਬਾ ਬਕਾਲੇ। ਇਹਨਾਂ ਦੋ ਸ਼ਬਦਾਂ ਦਾ ਭਾਵ ਸੀ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਇਸ ਵੇਲੇ ਬਕਾਲੇ ਵਿੱਚ ਹਨ। ਪਰ ਜਦੋਂ ਇਹ ਦੋ ਸ਼ਬਦ ਬਕਾਲੇ ਪਹੁੰਚੇ ਤਾਂ 22 ਬਾਬੇ ਢੋਂਗੀ ਗੁਰੂ ਬਣ ਬੈਠੇ। पर गुरु तेग बहादुर शांत अडोल अपनी कुटिया विच प्रभु के सिमरन विच लीन रहे। उधर पंजाब के मशहूर सौदागर मक्खन शाह लुबाणा की बेड़ी दरिया की घुमण घेरी विच डावाडोल हो रही सी। उसने गुरु घर का ध्यान करके अरदास की ते 500 मोहरां दी सुखना सुखी। उसकी बेड़ी सही सलामत कंढे लगी। सुखना पूरी करन लई वो बकाले पहुंचया तां 22 गुरु देख के हैरान होया, पर 5-5 मोहरां हर आपे बने गुरु अगे तरी गया। गुरु तेग बहादुर जी दे सन्मुख आके भी मक्खन शाह ने 5 मोहरां रख के शीस निभाया। गुरु जी हंस के बोले, मक्खन शाह व्यापार इस तरह नहीं चलते। तेरा इकरार था 500 मोहरां दा सी। मक्खन शाह यह वाक सुन के खुशी नाल दिवसा श्री गुरु तेग बहादुर जी जदों पूरब की यात्रा ते निकले तां परिवार नूं पटना साहब छड़ के आसाम की यात्रा ते चले गए। इसे सफर दौरान ही उन्हां नूं माता गुजरी दी कुखों पुत्र के जन्म की खबर मिली। पुत्र का नाम गोविंद रखिया गया। गोविंद प्रगटे पटना नगरी, तन सुजननी माता गुजरी। गोविंद प्रगटे पटना नगरी, तन सुजननी माता गुजरी। हर्षित हो गंगा माँ उछरी, बोल बड़ धरती सगरी। गोविंद प्रगटे पटना नगरी, तन सुजननी माता गुजरी। गोविंद प्रगटे पटना नगरी, तन सुजननी माता गुजरी। जदों गोबिंद जी 5 वरियां दे होए तां सारा परिवार आनंदपुर साहब आ वसिया। इत्थे ही गोबिंद जी ने शास्त्रां ਅਤੇ ਸ਼ਸਤਰਾਂ ਦੀ ਸਿੱਖਿਆ ਹਾਸਲ ਕੀਤੀ। ਫਾਰਸੀ, ਪੰਜਾਬੀ ਅਤੇ ਬ੍ਰਿਜ ਆਦਿ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਘੋੜਸਵਾਰੀ, ਤੀਰੰਦਾਜ਼ੀ ਅਤੇ ਕਿਰਪਾਨ ਦੇ ਕਰਤਬਾਂ ਵਿੱਚ ਨਿਪੁੰਨ ਹੋਏ।
ਇਹੀ ਉਹ ਵਕਤ ਸੀ ਜਦ ਦਿੱਲੀ ਦੇ ਤਖਤ ਤੇ ਬੈਠਾ ਬਾਦਸ਼ਾਹ ਔਰੰਗਜ਼ੇਬ ਭੈ ਅਤੇ ਜ਼ੁਲਮ ਦੇ ਨਾਲ ਸਾਰੇ ਹਿੰਦੁਸਤਾਨ ਨੂੰ ਦੀਨ ਦੇ ਰੰਗ ਵਿੱਚ ਰੰਗਣਾ ਚਾਹੁੰਦਾ ਸੀ। ਸਨ 1675 ਗੋਬਿੰਦ ਜੀ ਉਦੋਂ 9 ਵਰਸ ਦੇ ਸਨ ਜਦੋਂ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਸਜੇ ਹੋਏ ਦਰਬਾਰ ਵਿੱਚ ਕਸ਼ਮੀਰੀ ਪੰਡਤ ਆ ਫਰਿਆਦੀ ਹੋਏ, ਜਿਨ੍ਹਾਂ ਦੇ ਮੱਥਿਆਂ ਉੱਤੋਂ ਜਬਰਨ ਤਿਲਕ ਮਿਟਾਏ ਜਾ ਰਹੇ ਸਨ, ਜੰਜੂ ਉਤਾਰੇ ਜਾ ਰਹੇ ਸਨ। ਉਹਨਾਂ ਦੀ ਦਰਦ ਭਰੀ ਵਿਥਿਆ ਸੁਣ ਕੇ श्री गुरु तेग बहादुर जी अजे खामोश ही सन कि बाल गोविंद बोल उठे। गुरु पिता एक अर्ज अज बारिक तेरा करे, तुद बिन कौन जो जिंद दा दीवा बाल तरे। चुलण लख अनेरियां कहर दी पौण वगे, तेरे सच बलिदान दा जुग जुग दीप जले। बाल गोविंद नू प्यार भरिया थापड़ा दे के गुरु तेग बहादुर जी कश्मीरी पंडितां नूं कहण लगे, हे दुखियारे हिरदिओ ना हो गमगी, हाकम नूं जाके देओ ए गल नाल यकीन। तेग बहादुर मन लवे जेकर तेरी, सारा हिंद ही अपना बदल लवेगा दी। गुरु तेग बहादुर जी इंसानी सुतंत्रता, इंसाफ ਅਤੇ ਦੀਨਾਂ ਦੁਖੀਆਂ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਵੱਲ ਰਵਾਨਾ ਹੋ ਗਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਅਤੇ ਖੌਫ ਦਿੱਤੇ ਗਏ। ਕੋਈ ਪੇਸ਼ ਨਾ ਚਲਦੀ ਦੇਖ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਦਾ ਦਿਲ ਦਹਿਲ ਜਾਵੇ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦਿਆਂ ਅੱਗ ਵਿੱਚ ਜਲਾਇਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਔਰੰਗਜ਼ੇਬ ਅਤੇ ਉਸ ਦੀ ਮੁਗਲਿਆ ਸਲਤਨਤ ਗੁਰੂ ਜੀ ਨੂੰ दीन कबूल करवाने की कोशिश करती आ गई। औरंगजेब ने हुक्म दिता, सिर कलम कर दिता जावे और खबरदार कोई इस सिर अते जिस्म नूं इस जमीन तो उठावन की जुर्रत ना करे। सीने नाल सिदक कर ना सके जुदा, दे नालों कर गए बुरा नसीस जुदा। शीस जमी ते टैपिया मच गई हाहाकार, धरती मान चुम के आख्या मैं बलिदार, आख्या मैं बलिदार, आख्या मैं बलिदार। शाही फरमान दी परवाह ना करदियां वणजारा सिख लखी शाह गुरां दी देही नूं अपने गड्ढे विच लुका के अपने पिंड ले गया ते गुरां दी देही दा संस्कार करन लई अपने घर नूं अग ला दित्ती। भाई जैता गुरां दे सीस नूं अपनी बुक्कल विच लुका के रातां अते झक्खड़ चीरदा आनंदपुर साहब गुरु गोबिंद सिंह जी कोल पहुंचिया ते उन्हां नूं गुरु दा सीस अर्पित किया। रंगड़ेटा गुरु का बेटा
ਕਹਿ ਕੇ ਦਸਮ ਪਾਤਸ਼ਾਹ ਨੇ ਭਾਈ ਜੈਤੇ ਨੂੰ ਗਲੇ ਲਗਾਇਆ ਤੇ ਸੀਸ ਦਾ ਸੰਸਕਾਰ ਕੀਤਾ। ਗੁਰੂ ਪਿਤਾ ਦੀ ਸ਼ਹਾਦਤ ਦਸਮ ਪਾਤਸ਼ਾਹ ਦੇ ਨੈਣਾਂ ਨੂੰ ਐਸੀ ਨਮੀ ਤੇ ਲੌ ਦੇ ਗਈ ਕਿ ਉਹਨਾਂ ਨੇ ਆਉਂਦੇ ਸਮਿਆਂ ਨੂੰ ਅਨੰਤ ਕਾਲ ਤੱਕ ਨਿਹਾਰਿਆ। ਆਉਣ ਵਾਲੇ ਸਮਿਆਂ ਵਿੱਚ ਆਪਣੇ ਸਿੱਖਾਂ ਨੂੰ ਜ਼ਬਰ ਅਤੇ ਜ਼ੁਲਮ ਨਾਲ ਟਕਰਾਉਣ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ। ਫਿਰ ਆਇਆ 1699 ਦੀ ਵਿਸਾਖੀ ਦਾ ਉਹ ਪਾਵਨ ਤੇ ਇਤਿਹਾਸਿਕ ਦਿਹਾੜਾ। ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਹਿੰਦੁਸਤਾਨ ਦੀਆਂ ਚਾਰਾਂ ਦਿਸ਼ਾਵਾਂ ਤੋਂ ਆਈ ਸੰਗਤ ਤੋਂ ਸੀਸ ਦੀ ਮੰਗ ਕੀਤੀ। ਪੰਜ ਮਰਜੀਵੜਿਆਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕੀਤੇ। ਇਹਨਾਂ ਨੂੰ ਦਸਮ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ, ਗਲ ਨਾਲ ਲਾਇਆ, ਗੁਰੂ ਦੇ ਪਿਆਰੇ ਕਿਹਾ। ਫਿਰ ਇਹਨਾਂ ਪੰਜਾਂ ਪਿਆਰਿਆਂ ਤੋਂ ਖੁਦ ਅੰਮ੍ਰਿਤ ਪਾਨ ਕਰਕੇ ਆਪੇ ਗੁਰਚੇਲਾ ਦੀ ਅਨੂਠੀ ਮਿਸਾਲ ਕਾਇਮ ਕੀਤੀ। ਇਸ ਮੌਕੇ ਤੇ ਆਏ ਹੋਏ ਵੱਖ-ਵੱਖ ਵਰਣਾਂ ਅਤੇ ਜਾਤਾਂ ਨਾਲ ਸੰਬੰਧ ਰੱਖਣ ਵਾਲੇ ਵਿਸ਼ਾਲ ਜਨ ਸਮੂਹ ਨੂੰ ਇੱਕੋ ਹੀ ਬਾਟੇ ਚੋਂ ਅੰਮ੍ਰਿਤ ਛਕਾਇਆ। ਸਦੀਆਂ ਤੋਂ ਚੱਲਦੇ ਆ ਰਹੇ ਜਾਤ ਪਾਤ ਦੇ ਸਰਾਪ ਨੂੰ ਇੱਕੋ ਪਲ ਵਿੱਚ ਮਿਟਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਨੂੰ ਇੱਕ ਨਵਾਂ ਵੇਸ ਦੇ ਕੇ ਅਕਾਲ ਪੁਰਖ ਦੀ ਫੌਜ ਕਿਹਾ। गोविंद प्राण खालसा मेरी जान की जान, खालसा मेरो सजन सूरा, खालसा मेरो सतगुर पूरा। खालसा ਸੱਚ, ਪ੍ਰੇਮ ਅਤੇ ਚੜ੍ਹਦੀ ਕਲਾ ਦੇ ਇਸ ਬੇਖੌਫ ਕਾਫਲੇ ਨੂੰ ਦੇਖ ਕੇ ਜ਼ੁਲਮ ਅਤੇ ਬੇਇਨਸਾਫੀ ਦੀ ਸਤਾਈ ਹੋਈ ਖਲਕਤ ਵਿੱਚ ਆਸ ਅਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਪਰ ਮੁਗਲ ਸਲਤਨਤ, ਪਹਾੜੀ ਰਾਜਿਆਂ ਅਤੇ ਅਖੌਤੀ ਉੱਚੀਆਂ ਜਾਤਾਂ ਨੂੰ ਇਹ ਅਣਖੀਲਾ ਪੰਥ ਚੁਭਣ ਲੱਗਾ। ਖਾਲਸੇ ਦੀ ਹੋਂਦ ਮਿਟਾਉਣ ਦੀਆਂ ਤਰਕੀਬਾਂ ਹੋਣ ਲੱਗੀਆਂ। ਖੁਦਗਰਜ਼ ਅਤੇ ਹੰਕਾਰੀ ਤਾਕਤਾਂ ਸਿਰ ਜੋੜਨ ਲੱਗੀਆਂ। ਚਾਰੇ ਪਾਸਿਓਂ ਜ਼ੁਲਮ ਦਾ ਗਰਦ ਗੁਬਾਰ ਇਕੱਠਾ ਹੋਣ ਲੱਗਾ। ਸੱਚ, ਆਤਮ ਸਨਮਾਨ ਅਤੇ ਇਨਸਾਫ ਦੀਆਂ ਲਾਟਾਂ ਨੂੰ ਬੁਝਾਉਣ ਲਈ ਵਾਰ-ਵਾਰ ਜ਼ੁਲਮ ਅਤੇ ਬੇਇਨਸਾਫੀ ਦੇ ਚੱਕਰ ਝੁੱਲੇ। ਪਹਾੜੀ ਰਾਜਿਆਂ ਅਤੇ ਮੁਗਲਿਆ ਸਲਤਨਤ ਦੀਆਂ ਭਾਰੀ ਫੌਜਾਂ ਨੇ ਰਲ ਕੇ ਬਾਰ-ਬਾਰ ਹਮਲੇ ਕੀਤੇ। 1.25 लाख से एक लड़ाऊं जो गुरु वाक अनुसार गुरु ਦਾ ਖਾਲਸਾ ਬੇਮਿਸਾਲ ਬਹਾਦਰੀ ਨਾਲ ਲੜਿਆ। ਸਰਬੰਸਦਾਨੀ ਬੇਕਸਾਂ ਦੇ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੇ ਆਦੇਸ਼ ਮੁਤਾਬਕ ਦੁਨੀਆ ਉੱਤੇ ਸੱਚ, ਹੱਕ ਅਤੇ ਇਨਸਾਫ ਦੀ ਰੱਬੀ ਹਕੂਮਤ ਕਾਇਮ ਕਰਨ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਇਤਿਹਾਸ ਵਿੱਚ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਚਮਕੌਰ ਦੀ ਗੜੀ ਵਿੱਚ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਆਪਣੇ ਹੱਥੀਂ ਸ਼ਹੀਦੀ ਗਾਨੇ ਬਣ ਕੇ ਜੂਝਣ ਲਈ ਤੋਰਿਆ। ਭਾਰੀ ਫੌਜ ਦਾ ਮੁਕਾਬਲਾ ਕਰਦੇ ਹੋਏ ਗੁਰੂ ਦੇ ਲਾਲ ਰਣ ਖੇਤਰ ਵਿੱਚ ਸ਼ਹੀਦ ਹੋਏ। ਸੂਬਾ ਸਰਹੰਦ ਵਜ਼ੀਰ ਖਾਨ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ। ਮਾਸੂਮ ਜਿੰਦਾਂ ਨੂੰ ਲਾਲਚ ਅਤੇ ਖੌਫ ਦਿੱਤੇ ਗਏ ਤਾਂ ਜੋ ਉਹ ਆਪਣਾ ਧਰਮ ਤਿਆਗ ਦੇਣ, ਪਰ ਉਹ ਆਪਣੇ ਸਿਦਕ ਤੇ ਅਡੋਲ ਰਹੇ। 7 ਸਾਲ ਦੇ ਸਾਹਿਬਜ਼ਾਦੇ ਫਤਿਹ ਸਿੰਘ ਤੇ 9 ਸਾਲ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਹਨਾਂ ਮਾਸੂਮ ਜਿੰਦਾਂ ਦੀ ਸ਼ਹਾਦਤ ਦੀ ਖਬਰ ਸੁਣ ਕੇ
ਮਾਤਾ ਗੁਜਰੀ ਨੇ ਪ੍ਰਾਣ ਤਿਆਗ ਦਿੱਤੇ। ਮਾਤਾ ਪਿਤਾ ਅਤੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਵੀ ਮਾਛੀਵਾੜੇ ਦੇ ਜੰਗਲ ਵਿੱਚ ਇਕੱਲੇ ਬੈਠੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੇ ਅਕਾਲ ਪੁਰਖ ਲਈ ਗਹਿਰੇ ਪ੍ਰੇਮ ਅਤੇ ਸ਼ੁਕਰਾਨੇ ਦੇ ਬੋਲ ਸਨ। ਮਿੱਤਰ ਪਿਆਰਿਓ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰਿਓ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰਿਓ ਤੁਧ ਬਿਨ ਰੋਗ ਰਜਾਈਆਂ ਦਾ ਓਢਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣਾ, ਨਾਗੀ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰਿਓ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰਿਓ। ਦੀਨਾ ਕਾਂਗੜ ਵਿਖੇ ਦਸਮ ਪਾਤਸ਼ਾਹ ਨੇ ਫਾਰਸੀ ਸ਼ਾਇਰੀ ਵਿੱਚ ਔਰੰਗਜ਼ੇਬ ਦੇ ਨਾਮ ਜ਼ਫਰਨਾਮਾ ਲਿਖਿਆ, ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਉਸ ਦੇ ਕੀਤੇ ਗੁਨਾਹਾਂ ਦਾ ਅਹਿਸਾਸ ਕਰਵਾਇਆ। ਜ਼ਫਰਨਾਮਾ ਖਾਲਸੇ ਦੀ ਇਖਲਾਕੀ ਜਿੱਤ ਦਾ ਐਲਾਨ ਹੈ। ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਵਿਖੇ ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ। ਉਹਨਾਂ ਨੇ ਦਸਮ ਪਾਤਸ਼ਾਹ ਨੂੰ ਪੁੱਛਿਆ, ਇਹ ਪਾਤਸ਼ਾਹ, ਚਾਰ ਚੰਨ ਜਿਹੇ ਮੁਖੜਿਆਂ ਚੋਂ ਇੱਕ ਵੀ ਨਜ਼ਰ ਨਹੀਂ ਆ ਰਿਹਾ, ਕਿੱਥੇ ਛੱਡ ਆਏ ਹੋ ਚਾਰੇ ਲਾਲ? ਇਸ ਸਵਾਲ ਨਾਲ ਧਰਤੀ ਤੇ ਅਸਮਾਨ ਡੋਲ ਗਏ। ਦਸਮ ਪਾਤਸ਼ਾਹ ਵੱਲੋਂ ਜਵਾਬ ਵਿੱਚ ਕਹੇ ਬੋਲਾਂ ਨੇ ਡੋਲਦੀ ਧਰਤੀ ਤੇ ਅਸਮਾਨ ਨੂੰ ਥੰਮ ਲਿਆ। ਉਸ ਜਵਾਬ ਵਿੱਚ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਤੇ ਆਪਣੇ ਖਾਲਸੇ ਲਈ ਅਨੂਠਾ ਪਿਆਰ ਅਤੇ ਵਿਸ਼ਵਾਸ ਭਰਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਵਿੱਚ ਸਜੇ ਸਿੰਘਾਂ ਵੱਲ ਸੰਕੇਤ ਕਰਕੇ ਕਿਹਾ, ਇਨ ਪੁੱਤਰਾਂ ਕੇ ਸੀਸ ਪਰ ਵਾਰ ਦਿਏ ਸੁਤ ਚਾਰ, चार हुए तो क्या हुआ, जीवत गई हजार। दमदमा साहब विखे गुरु गोबिंद सिंह जी ने श्री गुरु ग्रंथ साहब की संपूर्ण भीड़ तैयार की थी। भाई मनी सिंह ते होर लिखारियां तो उस भीड़ दे उतारे तैयार करवाए ते दखण दी यात्रा ते रवाना हो गए। जब नंदेड़ पहुंचे तो उन्हां दी मुलाकात योधे तो विरागी बने माधो दास नाल हुई। दसम पातशाह दी शख्सियत अते उन्हां दे बचनां ने माधो दास दी जिंदगी दा वैण ही बदल दिता। गुरु जी ने कहा, हे माधो, ये तेरा शांत ते पवित्र आश्रम किस काम, जद कि तेरी मातभूमि उत्ते मजलूमा दे खून दियां नदियां बह रही। उठ शमशीर उठा,
ਜ਼ਾਲਮਾਂ ਲਈ ਖੌਫ ਅਤੇ ਮਜ਼ਲੂਮਾਂ ਦਾ ਆਸਰਾ ਬਣ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤਪਾਨ ਕਰਵਾ ਕੇ ਮਾਧੋ ਵਿਰਾਗੀ ਨੂੰ ਬੰਦਾ ਬਹਾਦਰ ਬਣਾਇਆ। ਜ਼ੁਲਮ ਦੇ ਖਿਲਾਫ ਜੰਗ ਨੂੰ ਜਾਰੀ ਰੱਖਣ ਲਈ ਦਸਮ ਪਾਤਸ਼ਾਹ ਨੇ ਬੰਦਾ ਬਹਾਦਰ ਨੂੰ ਪੰਜਾਬ ਵੱਲ ਰਵਾਨਾ ਕੀਤਾ। ਨੰਦੇੜ ਸਾਹਿਬ ਦੀ ਧਰਤੀ ਨੇ ਦੇਖਿਆ ਉਹ ਇਤਿਹਾਸਿਕ ਦਿਨ ਜਦੋਂ ਸੱਚਖੰਡ ਗਮਨ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਗੁਰਤਾ ਗੱਦੀ ਅਰਪਿਤ ਕੀਤੀ। ਤੇ ਸੰਗਤ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੋਣਗੇ। ਜਿਸਨੇ ਵੀ ਗੁਰੂ ਦੇ ਦੀਦਾਰ ਕਰਨੇ ਹੋਣਗੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਹੀ ਕਰੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਚਾਨਣ ਲੈ ਕੇ ਜੋ ਵੀ ਫੈਸਲੇ ਹੋਣਗੇ ਉਹ ਗੁਰੂ ਦੇ ਹੀ ਫੈਸਲੇ ਹੋਣਗੇ। राज करेगा खालसा पीरे न कोई, हार होए सब मिलेंगे बचे शरण जो होए। 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 ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਚਲਦੇ ਸੰਗਤ ਜੀ ਦਰਸ਼ਨ ਕਰਦੇ।